ਸਤਿ ਸ਼੍ਰੀ ਅਕਾਲ ਔਨ 에ਅਰ ਵੇਖ ਰਹੇ ਹੋ ਤੁਸੀਂ ਤੇ ਮੈਂ ਮੁਖਾਤਿਬ ਹਾਂ ਗੌਤਮ ਕੁਮਾਰ। 23 ਮਾਰਚ 1931 ਨੂੰ ਸਾਡੇ ਦੇਸ਼ ਦੇ ਸ਼ਹੀਦ ਆਜ਼ਮ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੇ ਹੱਸਦੇ-ਹੱਸਦੇ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ ਸੀ ਤੇ ਇਹ ਬਹੁਤ ਵੱਡੀ ਸਾਡੇ ਦੇਸ਼ ਦੇ ਲਈ ਆਜ਼ਾਦੀ ਦੇ ਲਈ ਇੱਕ ਕੁਰਬਾਨੀ ਸੀਗੀ, ਜਿਸ ਨੇ ਛੋਟੀ ਜਿਹੀ ਉਮਰ ਦੇ ਵਿੱਚ 23 ਸਾਲ ਦੀ ਉਮਰ ਦੇ ਵਿੱਚ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ ਦੇਸ਼ ਦੀ ਆਜ਼ਾਦੀ ਦੇ ਲਈ। ਇੱਕ ਲਹਿਰ ਚਲਾਈ ਸੀ ਇਨਕਲਾਬ ਜ਼ਿੰਦਾਬਾਦ ਦੀ ਤੇ ਉਸ ਇਨਕਲਾਬ ਜ਼ਿੰਦਾਬਾਦ ਦੀ ਲਹਿਰ ਦੇ ਉੱਤੇ ਕਈ ਨੌਜਵਾਨਾਂ ਨੇ ਇਸ ਸੋਚ ਦੇ ਉੱਤੇ ਪਹਿਰਾ ਦਿੱਤਾ। ਐਸੇ ਹੀ ਸ਼ਖਸ ਮੇਰੇ ਨਾਲ ਇੱਕ ਮੌਜੂਦ ਨੇ, ਭਗਤ ਸਿੰਘ ਸਰਾਂ। ਮੈਂ ਭਗਤ ਸਿੰਘ ਸਰਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਣਾ ਚਾਹਾਂਗਾ ਕਿਉਂਕਿ ਭਗਤ ਸਿੰਘ ਸਰਾਂ ਜਿਹੜੇ ਨੇ ਉਹ ਭਗਤ ਸਿੰਘ ਦੀ ਸੋਚ ਦੇ ਉੱਤੇ ਪਹਿਰਾ ਦਿੰਦੇ ਨੇ, ਹੂਬਹੂ ਉਹਨਾਂ ਦੀ ਤਰ੍ਹਾਂ ਪੱਗ ਬੰਨ੍ਹਦੇ ਨੇ। ਉਹ ਉਹਨਾਂ ਦੀ ਸੋਚ ਦੇ ਉੱਤੇ ਵੀ ਪਹਿਰਾ ਦਿੰਦੇ ਨੇ, ਜੋ ਉਹਨਾਂ ਦੀ ਅੰਦੋਲਨਕਾਰੀ ਨੀਤੀਆਂ ਸੀਗੀਆਂ ਉਸ ਅੰਦੋਲਨ ਦੀ ਨੀਤੀਆਂ ਦੇ ਉੱਤੇ ਵੀ ਪਹਿਰਾ ਦਿੰਦੇ ਨੇ। ਅਕਸਰ ਐਕਟੀਵਿਟੀਜ਼ ਜਿਹੜੀਆਂ ਕਰਦੇ ਨੇ ਉਹ ਵੀ ਉੱਦਾਂ ਦੇ ਉਹ ਕਰਦੇ ਨੇ। ਤੇ ਮੈਂ ਸਭ ਤੋਂ ਪਹਿਲਾਂ ਸਵਾਗਤ ਕਰਦਾ ਹਾਂ ਭਗਤ ਸਿੰਘ ਜੀ ਔਨ 에ਅਰ ਦੇ ਉੱਤੇ। ਵੀਰ ਜੀ ਸਤਿ ਸ਼੍ਰੀ ਅਕਾਲ। ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਮੇਰੇ ਕੋਲ ਚੱਲ ਕੇ ਆਏ। ਉਹ ਤੋਂ ਪਹਿਲਾਂ ਮੱਕੜ ਸਾਹਿਬ ਦਾ ਧੰਨਵਾਦ ਕਰਦਾ ਜਿਹਨੇ ਤੁਹਾਨੂੰ ਮੇਰੇ ਕੋਲ ਭੇਜਿਆ ਜੀ। ਸੋ ਬਹੁਤ-ਬਹੁਤ ਧੰਨਵਾਦ। ਭਗਤ ਸਿੰਘ ਜੀ ਐਕਚੁਅਲ ਦੇ ਵਿੱਚ ਤੁਹਾਡਾ ਰੀਅਲ ਨਾਂ ਹੀ ਭਗਤ ਸਿੰਘ ਸੀਗਾ ਕਿ ਕੋਈ ਹੋਰ ਨਾਂ ਹੈ? ਨਹੀਂ, ਮੇਰਾ ਨਾਮ ਘਰਦਿਆਂ ਨੇ ਰੱਖਿਆ ਸੀ ਨਰਿੰਜਨ ਸਿੰਘ। ਠੀਕ ਹੈ ਜੀ। ਫਿਰ ਮੈਂ ਏਜੰਸੀ ਜੌਬ ਕਰਦਾ ਸੀਗਾ, ਉੱਥੇ ਫੋਟੋ ਲੱਗੀ ਭਗਤ ਸਿੰਘ ਦੀ। ਮੈਂ ਉਹਨੂੰ ਦੇਖ ਕੇ ਮੈਂ ਸਰਦਾਰ ਮੈਂ ਟੋਪੀ ਲੈ ਕੇ ਰੱਖਦਾ ਸਰ 'ਚ, ਜੋ ਪਹਿਲੀ ਗੱਲ ਹੈ। ਤਾਂ ਮੈਨੂੰ ਸਰਦਾਰ ਮੈਨੂੰ ਟੋਕਦਾ, ਕਹਿੰਦਾ ਕਾਕੇ ਤੂੰ ਟੋਪੀ ਨਾ ਲਿਆ ਕਰ, ਪੱਗ ਬੰਨਿਆ ਕਰ। ਮੈਂ ਕਿਹਾ ਸਰ ਫਿਰ ਪੱਗ ਮੈਂ ਇਸ ਤਰ੍ਹਾਂ ਨਹੀਂ ਬੰਨੂ, ਮੈਂ ਭਗਤ ਸਿੰਘ ਦੀ ਪੱਗ ਬੰਨੂ, ਵੀ ਇਹਦੇ ਪੁਰਨਾ ਚੱਲੂਗਾ ਜੋ ਵੀ ਹੋਊਗਾ। ਤੇ ਫਿਰ ਉਸ ਦਿਨ ਤੋਂ ਉਹ ਕਿਹੜਾ ਦਿਨ ਸੀਗਾ ਕਿ ਜਿਸ ਦਿਨ ਤੁਸੀਂ ਭਗਤ ਸਿੰਘ ਵਰਗੀ ਪੱਗ ਬੰਨ੍ਹੀ ਸੀ? ਸਰ ਉਹ ਦਿਨ ਤਾਂ ਪਤਾ ਨਹੀਂ ਮੈਨੂੰ, ਇੰਨਾ ਪਤਾ ਵੀ 97-98 ਦੀ ਗੱਲ ਹੈ ਜੀ, ਉੱਤੇ ਮੈਂ ਬੰਨ੍ਹਣ ਲੱਗਿਆ ਪੱਗ। ਫਿਰ 97-98 ਦੇ ਮੁਤਾਬਕ ਕਿੰਨੇ ਟੋਟਲ ਸਾਲ ਹੋ ਗਏ ਨੇ ਤੁਹਾਨੂੰ? ਮੈਨੂੰ ਲੱਗਦਾ 15-16 ਸਾਲ ਹੋ ਗਏ। 22 ਸਾਲ ਦਾ ਤਾਂ ਮੇਰਾ ਬੇਟਾ ਹੀ ਹੋ ਚੱਲਿਆ ਜੀ। ਠੀਕ ਹੈ ਜੀ। ਅੱਛਾ, ਤੁਹਾਡੀ ਉਮਰ ਕਿੰਨੀ ਹੈਗੀ? ਉਮਰ ਦਾ ਵੀ ਨਹੀਂ ਪਤਾ ਲੱਗਦਾ। ਮੇਰੀ ਉਮਰ ਹੈਗੀ 21-79 ਦਾ ਜਨਮ ਹੈ ਮੇਰਾ ਜੀ, ਮਤਲਬ ਕਿ 42 ਸਾਲ ਹੋ ਗਏ ਜੀ। ਪਰਿਵਾਰ 'ਚ ਹੋਰ ਕੌਣ ਕੌਣ? ਮੇਰੇ ਛੋਟੇ ਬ੍ਰਦਰ ਹੈ, ਉਹਨਾਂ ਦੀ ਮਿਸਿਜ, ਉਹਨਾਂ ਦਾ ਬੇਟਾ ਜੀ, ਤੇ ਮੇਰੀ ਮਿਸਿਜ, ਮੇਰਾ ਬੇਟਾ ਜੀ। ਮੰਮੀ ਪਾਪਾ ਦੀ ਡੈਥ ਹੋ ਗਈ ਜੀ 4 ਸਾਲ ਪਹਿਲਾਂ। ਤੇ ਹੁਣ ਕੰਮ ਕੀ ਕਰਦੇ ਹੋ ਤੁਸੀਂ? ਮੈਂ ਫੈਬਰੋ ਕੰਪਨੀ ਜੈਪੁਰ ਆਈ, ਉੱਥੇ ਸੇਲ ਮੈਨੇਜਰ ਆਈ, ਤੇ ਮੈਨੂੰ ਪੰਜਾਬ ਏਰੀਆ ਦਿੱਤਾ ਹੋਇਆ ਜੀ। ਅੱਛਾ, ਭਗਤ ਸਿੰਘ ਜੀ ਜਿੱਦਾਂ ਤੁਸੀਂ ਇਹ ਪੱਗ ਬੰਨ੍ਹੀ ਆ ਤੇ ਇੱਦਾਂ ਤੁਸੀਂ ਸਮਾਜ ਦੇ ਵਿੱਚ ਜਦੋਂ ਵਿਚਰਦੇ ਹੋ, ਲੋਕਾਂ ਦਾ ਕਿੱਦਾਂ ਦਾ ਵਰਤਾਰਾ ਰਹਿੰਦਾ ਤੁਹਾਡਾ? ਸਰ ਪਹਿਲਾਂ ਲੋਕ ਮਜ਼ਾਕ ਕਰਦੇ ਸੀਗੇ ਕਿ ਆ ਭੰਗੜੇ ਵਾਲੇ ਤੁਰਿਆ ਫਿਰਦਾ, ਐਂ ਨਹੀਂ ਚੱਲਣਾ, ਐਂ ਭਗਤ ਸਿੰਘ ਥੋੜ੍ਹਾ ਭਗਤ ਸਿੰਘ ਬਣਦਾ। ਮੈਂ ਕਿਹਾ ਯਾਰ ਐਂ ਕਿਸ ਤਰ੍ਹਾਂ ਬਣੂ, ਮੈਨੂੰ ਦੱਸ ਦਿਓ, ਮੈਂ ਉਸ ਤਰ੍ਹਾਂ ਬਣ ਜਾਊਗਾ ਭਗਤ ਸਿੰਘ। ਪਰ ਮੈਂ ਕਿਹਾ ਪੱਗ ਇਸ ਤਰ੍ਹਾਂ ਬਣ ਕੇ ਚਾਹੇ ਕੁਛ ਮਰਜ਼ੀ ਹੋ ਜਾਏ। ਅੱਛਾ, ਦਸਤਾਰ ਪੱਗ ਜਿਹੜੀ ਤੁਸੀਂ ਆ ਬੰਨ੍ਹਦੇ ਹੋਗੇ ਭਗਤ ਸਿੰਘ ਵਰਗੀ, ਤੇ ਕਦੇ ਕੰਮਕਾਜ ਦੇ ਉੱਤੇ ਨਹੀਂ ਤੁਹਾਨੂੰ ਕਦੇ ਦਿੱਕਤਾਂ ਆਈਆਂ ਕਿ ਵੀ ਜਦੋਂ ਤੁਸੀਂ ਕੰਮਕਾਜ ਕਰਦੇ ਹੋ ਤਾਂ ਤੁਹਾਨੂੰ ਕਿਸੇ ਨੇ ਟੋਕਿਆ ਵੀ ਹੋਵੇ? ਇੱਕ ਕੰਪਨੀ 'ਚ ਮੈਂ ਜੌਬ ਕਰਦਾ ਸੀਗਾ, ਨਾਂ ਨਹੀਂ ਲੈਣਾ ਚਾਹੁੰਦਾ, ਪਰ ਉਹਨਾਂ ਦੇ ਜਿਹੜੇ ਮੇਰੇ ਸੀਨੀਅਰ ਸੀ ਉਹ ਕਹਿੰਦੇ ਸੀ ਇਹ ਨਹੀਂ ਤੂੰ ਪੱਗ ਬੰਨਣੀ, ਦੂਜੀ ਪੱਗ ਬੰਨ੍ਹ ਲੈ। ਮੈਂ ਕਿਹਾ ਮੈਂ ਇਸ ਤਰ੍ਹਾਂ ਬੰਨੂ, ਕਹਿੰਦੇ ਭੰਗੜੇ ਵਾਲੀ ਪੱਗ ਲੱਗਦੀ ਹੈ, ਇਹ ਨਚਾਰਾਂ ਵਾਲਾ ਕੰਮ ਹੈ। ਮੈਂ ਕਿਹਾ ਸਰ ਮੈਂ ਇਸ ਤਰ੍ਹਾਂ ਪੱਗ ਬੰਨੂ, ਮੈਨੂੰ ਜੌਬ ਛੱਡਣੀ ਜ਼ਰੂਰ ਹੈ। ਮੈਂ ਜੌਬ ਛੱਡ ਕੇ ਉਹਦੀ ਆ ਗਿਆ ਸੀ। ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਕਿ ਇਹ ਭੰਗੜੇ ਵਾਲੀ ਦਸਤਾਰ ਨਹੀਂ ਹੈ, ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਦਸਤਾਰ? ਸਰ ਫਿਰ ਉਹਨਾਂ ਨੇ ਬਾਅਦ 'ਚ ਫੀਲ ਵੀ ਕੀਤਾ ਸੀ, ਮੈਨੂੰ ਕਹਿੰਦੇ ਸੌਰੀ ਰਾਜੇ, ਮੈਨੂੰ ਪਤਾ ਨਹੀਂ ਸੀਗਾ। ਮੈਂ ਕਿਹਾ ਸਰ ਜੋ ਹੁਣ ਤੋਂ ਹੋ ਗਿਆ ਜੀ। ਕਿੰਨਾ ਸਮਾਂ ਲੱਗਿਆ ਰਿਜ਼ਾਈਨ ਦੇਣ 'ਚ? ਬਸ 10-20 ਮਿੰਟ ਦਾ ਮੈਂ ਵਾਪਸ ਆ ਗਿਆ। ਪ੍ਰਾਈਵੇਟ 'ਤੇ ਕਿਹੜਾ ਟਾਈਮ ਲੱਗਦਾ ਜੀ, ਉਹਦੇ ਕੰਮ ਛੁੱਟੋ ਤੋਂ ਘਰੇ ਆ ਜਾਓ ਬੱਚੇ। ਮਤਲਬ ਆਪਦੀ ਦਸਤਾਰ ਤੇ ਆਪਦੀ ਸੋਚ ਜਿਹੜੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਤੁਹਾਡੀ ਸੀਗੀ, ਤੁਸੀਂ ਉਸੇ ਤਰੀਕੇ ਦੇ ਨਾਲ ਆਪਣਾ ਰਵੱਈਆ ਰੱਖਿਆ, ਦਸਤਾਰ ਨੂੰ ਕਹਿਣ ਨਹੀਂ ਦਿੱਤਾਗਾ, ਮੌਕੇ ਤੋਂ ਪਹਿਲਾਂ ਹੀ ਤੁਸੀਂ ਰਿਜ਼ਾਈਨ ਦੇ ਦਿੱਤਾ। ਮੈਂ ਭਗਤ ਸਿੰਘ ਦੀ ਦਸਤਾਰ ਨਹੀਂ ਛੱਡੂਗਾ, ਮੈਂ ਕੰਮ ਛੱਡ ਸਕਦਾ ਜੀ। ਫਿਰ ਆਪਣਾ ਕੰਮ ਛੱਡਤਾ? ਕੰਮ ਛੱਡ ਕੇ ਉਹਦੀ ਆ ਗਿਆ ਸੀ। ਮੈਨੂੰ 20 ਦਿਨ ਬਾਅਦ ਕਾਲ ਆ ਗਈ, ਕਹਿੰਦੇ ਤੂੰ ਦੂਰੀ ਵਾਰ ਕੰਮ ਤੇ ਆ, ਸਾਡੇ GM ਸਾਹਿਬ, MD ਸਾਹਿਬ। ਮੈਂ ਕਿਹਾ ਸਰ ਹੁਣ ਤਾਂ ਵੇਲਾ ਗਿਆ ਕੰਮ ਤੋਂ। ਕਹਿੰਦੇ ਤੂੰ ਇੱਕ ਵਾਰੀ ਆ ਜਾ ਮੇਰੇ ਕੋਲ ਕੇ। ਫਿਰ ਮੈਂ ਚਲਾ ਗਿਆ, 10 ਦਿਨ ਕੰਮ ਲਾਇਆ, ਫਿਰ ਮੈਨੂੰ ਮੁਕਤਸਰ ਜੌਬ ਮਿਲ ਗਈ ਸੀ ਮਾਰੂਤੀ 'ਚ। ਜਿੱਥੇ ਰਿਜ਼ਾਈਨ ਦੇ ਕੇ ਆਏ ਸੀ ਫਿਰ ਪਰਿਵਾਰ ਨੇ ਕੁਝ ਨਹੀਂ ਕਿਹਾਗਾ ਵੀ ਤੁਸੀਂ ਰਿਜ਼ਾਈਨ ਦੇ ਕੇ ਆ ਗਏ? ਨਹੀਂ ਸਰ, ਕੁਛ ਨਹੀਂ ਕਹਿਣਾ, ਕੀ ਕਹਿਣਾ ਸੀਗਾ, ਜੋ ਆਪਾਂ ਕੰਮ ਹੀ ਇਹੀ ਕਰਨਾ, ਭਗਤ ਸਿੰਘ ਦੀ ਸੋਚ ਚੱਲਣਾ। ਹੁਣ ਕੱਲ੍ਹ ਨੂੰ ਜੇ ਆਪਾਂ ਨੂੰ ਕੋਈ ਜਾਨ ਮੰਗੇ, ਜਾਨ ਦੇਵਾਂਗੇ ਦੇਸ਼ ਵਾਸਤੇ, ਕਾਹਦੇ ਵਾਸਤੇ ਬੈਠੇ ਆ? ਭਗਤ ਸਿੰਘ ਦੇ ਚੱਲੇ ਪਏ, ਪੂਰਨੇ ਚੱਲ ਪਏ। ਠੀਕ ਹੈ ਜੀ। ਫਿਰ ਪਰਿਵਾਰ ਨੇ ਨਹੀਂ ਕੁਝ ਕਿਹਾਗਾ ਵੀ ਜਦੋਂ ਤੁਸੀਂ ਰਿਜ਼ਾਈਨ ਦੇਤਾਗਾ ਵੀ ਤੁਸੀਂ ਰਿਜ਼ਾਈਨ ਨਹੀਂ ਸੀ ਦੇਣਾਗਾ, ਹੁਣ ਬੱਚੇ ਕਿੱਦਾਂ ਸਰਵਾਈਵ ਕਰਨਾ, ਪਰਿਵਾਰ ਕਿੱਦਾਂ ਸਰਵਾਈਵ ਕਰਨਾਗਾ, ਤੇ ਇਹ ਫਿਰ ਦਿੱਕਤਾਂ ਫਿਰ ਕਿੱਦਾਂ? ਨਹੀਂ, ਉਹ ਤਾਂ ਹੁਣ ਭਗਤ ਸਿੰਘ ਨੂੰ ਪਤਾ, ਆਪੇ ਨੂੰ ਪਤਾ ਹੀ, ਰੋਟੀ ਬਣ ਦਾਣਾ ਪਾਣੀ ਆਪੇ ਆਊਗਾ। ਐਸੇ ਮੈਨੂੰ ਨਾਲ ਜੌਬ ਮਿਲ ਗਈ ਸੀ 20 ਦਿਨਾਂ ਬਾਅਦ। ਕਹਿੰਦੇ ਤੁਸੀਂ ਸਾਡੇ ਕੋਲ ਕੰਮ ਕਰੋ। ਕੀ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਸਰ ਮੈਂ 8 ਹੀ ਪੜ੍ਹੇ ਆ, ਮੈਂ ਝੂਠ। ਤੇ 8 ਪੜ੍ਹ ਕੇ ਤੇ ਤੁਸੀਂ ਇਹ ਲੰਬਾ ਸੰਘਰਸ਼ ਦੇ ਰਾਹ ਦੇ ਉੱਤੇ ਤੁਸੀਂ ਕਦੋਂ ਤੋਂ ਤੁਸੀਂ ਪੈ ਗਏ ਸੀਗੇ? ਮਤਲਬ ਆਈਡੀਆ ਜਾਂ ਕੁਝ ਹੋਊਗਾ ਕਿ ਵੀ ਅਸੀਂ ਇੰਨੇ ਕੁ ਸਾਲ ਦੇ ਉੱਤੋਂ ਮੈਂ ਭਗਤ ਸਿੰਘ ਦੀ ਸੋਚ ਦੇ ਉੱਤੇ ਪਹਿਰਾ ਦੇ ਰਿਹਾਗਾ? ਸਰ ਮੈਂ ਕਦੇ ਸੋਚਿਆ ਨਹੀਂ ਸੀ ਵੀ ਇੰਨਾ ਮੈਂ ਹੋ ਜਾਊਂਗਾ, ਇੰਦੋਂ ਤੱਕ ਪਹੁੰਚ ਜਾਊਂਗਾ ਜੀ। ਕਿਉਂਕਿ ਹੁਣ ਮੇਰੇ ਅਫਸਰ ਸਾਰੇ, ਪੰਜਾਬ ਪੁਲਿਸ ਅਫਸਰ ਵੀ ਸਾਰੇ ਬਹੁਤ ਮਦਦ ਕਰਦੇ, ਆਪਾਂ ਨੂੰ ਭੱਜ ਕੇ ਮਿਲਦੇ ਜੀ। ਭਗਤ ਸਿੰਘ ਆ ਗਿਆ ਜੀ, ਕੋਈ ਟ੍ਰੈਫਿਕ ਵਾਲੇ ਸਭ ਬੁਲਾਉਂਦੇ ਜੀ। ਤੇ ਜਿਹੜਾ ਹੁਣ 23 ਮਾਰਚ 1931 ਨੂੰ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਦੇ ਲਈ, ਇਸ ਅੰਦੋਲਨ ਦੇ ਲਈ
ਜੋ ਗਤੀਵਿਧੀਆਂ ਕਰਦਿਆਂ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਸੋਚ ਜਿਹੜੀ ਬਣੀ ਹੋਈ ਹੈਗੀ ਉਸ ਨੂੰ ਲੈ ਕੇ ਵੀ ਕਈ ਨੌਜਵਾਨ ਜਿਹੜੇ ਨੇ ਉਹ ਭਗਤ ਸਿੰਘ ਕਹਾਉਂਦੇ ਨੇ, ਪਰ ਉਹ ਯਾਦ ਹੀ ਉਸ ਦਿਨ ਕਰਦੇ ਨੇ ਜਿੱਦੇ 23 ਮਾਰਚ ਆਉਂਦੀ ਹੈਗੀ। ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਿੰਦਾ ਵੀਰੇ ਤੁਸੀਂ ਭਗਤ ਸਿੰਘ ਬਣੋ, ਬਣ ਕੇ ਦਿਖਾਓ। ਹੁਣ ਆਪਾਂ ਨੂੰ ਲੋੜ ਅੱਜ ਕਿੰਨਾ ਕੁਝ ਹੋ ਰਿਹਾ, ਆਪਣੇ ਕਿਸਾਨੀ ਜਿਹੜੇ ਉੱਥੇ ਬੈਠੇ ਉਹਨਾਂ ਮਾਤਾ ਬਜ਼ੁਰਗਾਂ ਭੈਣਾਂ ਉੱਥੇ ਬੈਠੀਆਂ, ਬੱਚੇ ਬੈਠੇ ਹੈ। ਅੱਜ ਆਪਾਂ ਨੂੰ ਸਾਰੇ ਇਕੱਠੇ ਹੋਣਾ ਚਾਹੀਦਾ ਹੈ, ਠੀਕ ਹੈ। ਦੇਸ਼ ਤਾਂ ਆਜ਼ਾਦ ਕਰਾ ਲਿਆ ਸੀਗਾ, ਹੁਣ ਆਪਣਾ ਜਿਹੜਾ ਕਾਨੂੰਨ ਹੈ ਥੋਪੀ ਜੋ ਆਪਾਂ ਨੂੰ ਲੋੜ ਹੀ ਨਹੀਂ ਹੈ, ਕਿਉਂ ਦੇ ਰਿਹਾ ਆਪਾਂ ਨੂੰ ਇਹ ਚੀਜ਼, ਠੀਕ ਹੈ ਨੇ। ਕਿੰਨੇ ਕਿੰਨੇ ਟੈਕਸ ਪਾਤੇ ਆਪਣੇ ਤੇ, ਪ੍ਰੋਪਰਟੀ ਟੈਕਸ ਪੈ ਗਿਆ, ਹੋਰ ਟੈਕਸ ਪੈ ਗਿਆ, ਹਰ ਚੀਜ਼ ਦਾ ਪੈਸੇ। ਹੁਣ ਤੁਸੀਂ ਪੈਟਰੋਲ ਲਾ ਲਓ, ਕਿੰਨੇ 82 ਰੁਪਏ 93 ਰੁਪਏ ਪੈਟਰੋਲ ਹੋ ਗਿਆ, ਕਿੱਥੇ ਜਾਵਾਂਗੇ ਜੀ? ਗਰੀਬ ਆਦਮੀ ਕੀ ਖਾਊਗਾ ਤੇ ਕੀ ਨਹੀਂ ਖਾਊਗਾ ਜੀ? ਜੇ ਕਾਨੂੰਨ ਲਾਗੂ ਹੁੰਦੇ ਆ ਤੇ ਅੱਜ ਜਿਹੜਾ ਆਪਾਂ ਨੂੰ ਕਣਕ 20 ਰੁਪਏ ਮਿਲਦੀ ਹੈ, ਇਹ ਅਡਾਨੀ ਵਾਨੀ ਕੀ ਰੇਟ ਦੇਣਗੇ? ਆਪਣੇ ਰੇਟ ਲਾਉਣਗੇ ਜੀ। ਫਿਰ ਅੰਦੋਲਨ ਦੇ ਵਿੱਚ ਕੋਈ ਗਤੀਵਿਧੀ ਤੁਹਾਡੇ ਵੱਲੋਂ ਕੀਤੀ ਗਈ, ਉੱਥੇ ਜਾ ਕੇ ਵੀ ਆਏ ਹੋ? ਹਾਂ ਉਹ ਸਰ ਉੱਥੇ ਜਾ ਕੇ ਵੀ ਆਏ ਆ ਜੀ। ਉੱਥੇ ਜਿੰਨੇ ਵੀ ਨੌਜਵਾਨ ਗਏ ਸਾਰਿਆਂ ਨੂੰ ਇਕੱਠੇ ਹੋ ਕੇ ਵੀ ਸਰ ਇਕੱਠੇ ਹੋ, ਅੱਜ ਆਪਾਂ ਨੂੰ ਲੋੜ ਆ, ਆਪਣੇ ਬਜ਼ੁਰਗ ਇੱਥੇ ਬੈਠੇ ਆ, ਕਿਉਂਕਿ ਇਹਨਾਂ ਤੋਂ ਆਪਣੀ ਉਮਰ ਕੱਟ ਲਈ ਹੈ। ਹੁਣ ਉਹ ਆਪਣੇ ਵਾਸਤੇ ਬੈਠੇ, ਆਪਣੀ ਆਉਣ ਵਾਲੀ ਪੀੜ੍ਹੀ ਵਾਸਤੇ ਬੈਠੇ ਆ ਜੀ। ਆਪਾਂ ਹੁਣ ਮੋਦੀ ਨੂੰ ਜਗਾਈਏ ਵੀ, ਜਾਗਵੜ ਵੀ ਬਹੁਤ ਹੋ ਗਿਆ। ਹੁਣ ਛੋਟੇ ਛੋਟੇ ਬੱਚੇ ਜਾ ਰਹੇ, ਘੱਟੋ ਘੱਟ 100 ਸਵਾ 100 ਬੰਦਾ ਮਰ ਚੁੱਕਿਆ ਉੱਥੇ, ਬੱਚੇ ਵੀ, ਨੌਜਵਾਨ ਮੁੰਡੇ। ਹਾਂਜੀ। ਅੱਛਾ, ਇਸੇ ਤਰੀਕੇ ਦੀ ਇੱਕ ਸੋਚ ਦੇ ਉੱਤੇ ਜਿੱਦਾਂ ਹੁਣ ਇਹ ਲੱਖੇ ਸਿਧਾਣੇ ਵਰਗੇ ਜਿਹੜੇ ਨੌਜਵਾਨ ਨੇ, ਭਾਨਾ ਸਿੱਧੂ ਹੋ ਗਿਆ ਤੇ ਨਾਲ ਦੀਪ ਸਿੱਧੂ ਹੋ ਗਿਆ ਗਾ, ਇੱਦਾਂ ਦੇ ਜਿਹੜੇ ਨੌਜਵਾਨ ਨੇ, ਇਹਨਾਂ ਦੀ ਸੋਚ ਜਿਹੜੀ ਹੈਗੀ ਉਹਨਾਂ ਨੂੰ ਤੁਸੀਂ ਕਿੱਦਾਂ ਵੇਖਦੇ ਹੋਗੇ? ਦੇਖੋ ਮੈਂ ਤਾਂ ਸਲੂਟ ਕਰਦਾ ਉਹਨਾਂ ਨੇ ਕੋਈ ਮਾੜਾ ਕੰਮ ਤਾਂ ਕੀਤਾ ਨਹੀਂ। ਇੱਕ ਜਾ ਕੇ ਝੰਡਾ ਤਾਂ ਕੋਈ ਵੀ ਲਹਿਰਾ ਸਕਦਾ ਉੱਥੇ, ਠੀਕ ਹੈ ਨਾ। ਉਹ ਤਾਂ ਜੋ ਉਹਨਾਂ ਨੇ ਲੀਕ ਤੇ ਦੇ ਰੱਖੇ ਹੈ 20 ਸਾਲ ਤੇ, ਆਪਣਾ ਲਾਲ ਕਿਲ੍ਹਾ ਉਹ ਤਾਂ ਕਿਰਾਏ ਤੇ ਚੱਲਦਾ ਹੈ, ਪ੍ਰਾਈਵੇਟ ਕੰਪਨੀ, ਉਹ ਪ੍ਰਾਈਵੇਟ ਦੇਸ਼ ਦਾ ਲਾਲ ਕਿਲ੍ਹਾ ਹੈ। ਹਾਂ ਠੀਕ ਹੈ ਜੀ, ਉਹ ਤਾਂ ਲੀਕ ਤੇ ਦੇ ਰੱਖਿਆ, ਟਿਕਟ ਲੈ ਕੇ ਆਪਾਂ ਅੰਦਰ ਜਾਣ ਦਿੰਦੇ। ਫਿਰ ਜੋ ਕੁਝ ਇਹਨਾਂ ਦੇ ਵੱਲੋਂ ਗਤੀਵਿਧੀਆਂ ਹੋ ਰਹੀਆਂ ਨੇ ਇਸ ਅੰਦੋਲਨ ਦੇ ਵਿੱਚ, ਤੇ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਐਨਾਲਾਈਜ਼ ਕਰ ਰਹੇ ਹੋ? ਮੈਂ ਤਾਂ ਕਹਿੰਦਾ ਜੀ ਜਿੱਤ ਕੇ ਵਾਪਸ ਮੁੜਨਗੇ ਜੀ, ਕੁਛ ਨਹੀਂ ਹੁੰਦਾ। ਕੇਸ ਕਿਤੇ ਕੇਸ ਬੰਦਿਆਂ ਦੇ ਪੈਂਦੇ ਆ ਜੀ, ਠੀਕ ਹੈ ਨਹੀਂ, ਕੋਈ ਚੱਕਰ ਨਹੀਂ ਹੈ। ਇੱਕ ਵਾਰੀ ਕੁਝ ਨਹੀਂ ਹੁੰਦਾ, ਭੜਕ ਜਾਂਦੇ ਆ ਕੋਈ ਨਹੀਂ, ਸਭ ਫਿਰ ਉੱਥੇ ਇਕੱਠੇ ਹੋਣਗੇ। ਇਹ ਆਪਾਂ ਆਜ਼ਾਦੀ ਲੈ ਕੇ ਹਟਾਂਗੇ, ਕਾਨੂੰਨ ਵਾਪਸ ਹੋਣਗੇ। ਅੱਜ ਨਹੀਂ ਕੱਲ੍ਹ ਨੂੰ, ਹੋਰ 6 ਮਹੀਨੇ ਤੱਕ ਲੱਗ ਜਾਣਗੇ, ਠੀਕ ਹੈ ਨਹੀਂ। ਅੱਜ ਤੋਂ 100 ਸਾਲ ਪਹਿਲਾਂ ਵੀ ਅੰਗਰੇਜ਼ਾਂ ਵੱਲੋਂ ਇਹ ਕਾਨੂੰਨ ਲਾਗੂ ਕੀਤਾ ਸੀਗਾ, ਉਦੋਂ 9 ਮਹੀਨੇ ਬੈਠਣਾ ਪੈ ਗਿਆ ਜੀ ਕਿਸਾਨਾਂ ਨੂੰ, ਉਹ ਵੀ ਵਾਪਸ ਹੋ ਗਿਆ ਤੇ ਇਹ ਵੀ ਵਾਪਸ ਹੋ ਗਿਆ। ਠੀਕ ਹੈ, ਮੈਂ ਤਾਂ ਮੋਦੀ ਸਾਹਿਬ ਨੂੰ ਇਹ ਕਹਿਣਾ ਵੀ ਹੁਣ ਤੁਸੀਂ ਜਾਗ ਪਏ, ਬਹੁਤ ਟਾਈਮ ਹੋ ਗਿਆ ਜੀ। ਠੀਕ ਹੈ, ਇਤਿਹਾਸ ਦੁਹਰਾਇਆ ਜਾ ਰਿਹਾ ਹੈਗਾ। ਪਹਿਲਾਂ ਵੀ ਇਤਿਹਾਸ ਦੇ ਵਿੱਚ ਹੋਇਆ ਸੀਗਾ ਕਿ 9 ਮਹੀਨਿਆਂ ਦਾ ਜਿਹੜਾ ਸਮਾਂ ਲੱਗਿਆ ਸੀ, ਤੇ ਹੁਣ ਵੀ ਲੱਗਦਾ ਹੈਗਾ। ਹਾਂਜੀ ਉਹੀ ਲੱਗ ਰਿਹਾ ਜੀ। ਕੋਈ ਨਾ ਜਿੱਤ ਕੇ ਵਾਪਸ ਮੁੜਾਂਗੇ ਜੀ, ਹੋਰ ਕੁਛ ਨਹੀਂ। ਮੇਰੇ ਨੌਜਵਾਨ ਵੀਰਾਂ ਨੂੰ ਮੈਂ ਕਹਿੰਦਾ ਵੀ ਅੱਜ ਸਾਰੇ ਇਕੱਠੇ ਹੋ, ਅੱਜ ਆਪਾਂ ਨੂੰ ਭਗਤ ਸਿੰਘ ਦੀ ਲੋੜ ਹੈਗੀ ਹੈ। ਠੀਕ ਹੈ, ਸਾਰਿਆਂ ਨੂੰ ਭਗਤ ਸਿੰਘ ਵਰਗੀ ਸੋਚ ਰੱਖਣੀ ਚਾਹੀਦੀ ਹੈ ਕਿ, ਤੇ ਬਲਕਿ ਨਾਲ ਉਹਨਾਂ ਦੀ ਸੋਚ ਦੇ ਉੱਤੇ ਵੀ ਪਹਿਰਾ। ਕੋਈ ਜ਼ਰੂਰੀ ਨਹੀਂ ਤੁਸੀਂ ਪੱਗ ਬੰਨ੍ਹ ਕੇ ਹੀ ਆਉਣਾ, ਜ਼ਰੂਰ ਜਿਵੇਂ ਮਰਜ਼ੀ ਆਓ, ਪਰ ਇਕੱਠੇ ਹੋ ਕੇ ਵਾਪਸ ਜਿਵੇਂ ਆਪਣਾ ਇਕੱਠਾ ਹੋਣਾ ਚਾਹੀਦਾ ਕਿਸਾਨਾਂ ਦਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਇਹਨੇ ਭਗਤ ਸਿੰਘ ਸਰਾਂ ਜੋ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਦੇ ਉੱਤੇ ਲਗਾਤਾਰ ਪਹਿਰਾ ਦੇ ਰਹੇ ਨੇ, ਤੇ 23 ਮਾਰਚ 1931 ਨੂੰ ਜੋ ਸ਼ਹੀਦ ਆਜ਼ਮ ਭਗਤ ਸਿੰਘ ਨੇ ਜੋ ਦੇਸ਼ ਦੀ ਆਜ਼ਾਦੀ ਦੇ ਲਈ ਜੋ ਫਾਂਸੀ ਦੇ ਫੰਦੇ ਨੂੰ ਚੁੰਮਿਆ ਸੀ, ਤਾਂ ਉਸ ਨੂੰ ਲੈ ਕੇ ਉਸ ਸ਼ਹੀਦੀ ਦਿਹਾੜੇ ਨੂੰ ਯਾਦ ਕੀਤਾ ਜਾਂਦਾ ਹੈਗਾ। ਤਾਂ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇ ਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈਗਾ। ਤਾਂ ਜਿਹੜੇ ਭਗਤ ਸਿੰਘ ਨੇ, ਭਗਤ ਸਿੰਘ ਸਰਾਂ ਜਿਹੜੇ ਮੇਰੇ ਨਾਲ ਬੈਠੇ ਨੇ, ਤੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਸੋਚ ਦੇ ਉੱਤੇ ਪਹਿਰਾ ਦਿੱਤਾ ਜਾ ਰਿਹਾ ਹੈਗਾ। ਤੇ ਉਹਨਾਂ ਦੇ ਵੱਲੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੇ ਇਹ 23 ਮਾਰਚ ਨੂੰ ਜਿਹੜਾ ਯਾਦ ਕੀਤਾ ਜਾਂਦਾ, ਇਹ ਇੱਦਾਂ ਨਹੀਂ, ਬਲਕਿ ਉਹਨਾਂ ਦੀ ਜਿਹੜੀ ਸੋਚ ਸੀਗੀ ਉਸ ਨੂੰ ਲਗਾਤਾਰ ਆਪਣੀ ਜ਼ਿੰਦਗੀ ਦੇ ਵਿੱਚ ਵੀ ਇੰਪਲੀਮੈਂਟੇਸ਼ਨ ਕਰਨਾ ਚਾਹੀਦਾ ਹੈਗਾ, ਉਸਦੀ ਸੋਚ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈਗਾ, ਤਾਂ ਜੋ ਇਸ ਦੇਸ਼ ਦੇ ਵਿੱਚ ਹਰ ਸ਼ਖਸ, ਹਰ ਨੌਜਵਾਨ ਭਗਤ ਸਿੰਘ ਦੀ ਸੋਚ ਦੇ ਉੱਤੇ ਚੱਲ ਕੇ ਦੇਸ਼ ਨੂੰ ਉਸੇ ਤਰੀਕੇ ਦੇ ਨਾਲ ਸੋਨੇ ਦੀ ਚਿੜੀਆ ਬਣਾ ਸਕੇ ਜੋ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਸੀ। ਕੈਮਰਾ ਪਰਸਨ ਮਨੀਸ਼ ਦੇ ਨਾਲ ਗੌਤਮ ਕੁਮਾਰ, ਤੁਸੀਂ ਵੇਖ ਰਹੇ ਹੋ ਔਨ 에ਅਰ ਬਠਿੰਡਾ।